सीमा दे दोहें पासीं फौजां दी नकलो हरकत ने लोकां विच बेचैनी पैदा कर दित्ती। अमीर लोकां ने अपना रुपया पैसा ते गहणे जेवरात अंग्रेजी भारत विच भेजने शुरू कर दित्ते ते बहुत सारे सरदारां दे परिवार तीर्थ यात्रा दे बहाने पंजाब छड्ड गए। इस अशांति का लाभ उठाउंदियां राजकुमार पिशौरा सिंह ते कश्मीरा सिंह ने तख्त उपर अपना दावा पेश कर दिता। हीरा सिंह ने अपने चाचे गुलाब सिंह डोगरे नूं अखड़ राजकुमारां उपर चढ़ाई करन लई सियालकोट भेजिया। गुलाब सिंह ने फुर्ती नाल चढ़ाई कीती क्योंकि सियालकोट उस दी अपनी जगीर नाल लगदा सी ते ओह इस नूं अपने नाल मिला सकदा सी। राजकुमारां ने सख्त मुकाबला कीता। जदों उन्हां नूं सियालकोट विचों कढ दिता गया तां ओह माझे विच घुमदे घुमदे नरंगाबाद भाई बीर सिंह कोल आ गए। उन्हां ने फौज दियां डोगरा विरोधी भावनावां नूं ਇਹ ਕਹਿ ਕੇ ਭੜਕਾਇਆ कि हीरा सिंह डोगरे ने तां अमली तौर ते तख्त ते कब्जा कर लिया है। पंचां ने हीरा सिंह नूं मिल के मंग कीती कि दलीप सिंह नूं रस्मी तौर ते गद्दी ते स्थापित कीता जावे। पिशौरा सिंह ते कश्मीरा सिंह दियां जगीरां उन्हां नूं दे दित्तियां जाण ते डोगरा पलटनां जो लाहौरों लिआंदियां गईयां हन वापस पहाड़ां विच भेजियां जाण। हीरा सिंह डोगरे ने ਇਹ ਮੰਗਾਂ ਪ੍ਰਵਾਨ ਕਰ ਲਈਆਂ। ਦਲੀਪ ਸਿੰਘ ਨੂੰ ਗੱਦੀ ਤੇ ਬਿਠਾਇਆ ਗਿਆ ਤੇ ਉਹਦਾ ਮਾਮਾ ਜਵਾਹਰ ਸਿੰਘ ਜੋ ਜਰਬੰਦ ਸੀ ਉਸ ਨੂੰ ਰਿਹਾ ਕਰ ਦਿੱਤਾ ਗਿਆ। ਕਸ਼ਮੀਰਾ ਸਿੰਘ ਜਿਸ ਨੇ ਸਿਆਲਕੋਟ ਤੇ ਮੁੜ ਅਧਿਕਾਰ ਕਰ ਲਿਆ ਸੀ ਤੇ ਪਿਸ਼ੌਰਾ ਸਿੰਘ ਦਾ ਲਾਹੌਰ ਵਿੱਚ ਸਵਾਗਤ ਕੀਤਾ ਗਿਆ ਤੇ ਉਹਨਾਂ ਦੀਆਂ ਪੈਨਸ਼ਨਾਂ ਦੀ ਜਾਮਨੀ ਦਿੱਤੀ ਗਈ। ਹੀਰਾ ਸਿੰਘ ਦੀ ਸਰਕਾਰ ਨੂੰ ਚੁਣੌਤੀ ਦੇਣ ਵਾਲਾ ਅਗਲਾ ਵਿਅਕਤੀ ਉਹਦਾ ਚਾਚਾ ਸੁਚੇਤ ਸਿੰਘ ਸੀ ਜਿਸ ਦਾ ਰਾਣੀ ਜਿੰਦਾਂ ਦੀਆਂ ਨਜ਼ਰਾਂ ਵਿੱਚ ਉੱਘਾ ਸਥਾਨ ਸੀ। ਸੁਚੇਤ ਸਿੰਘ ਲਾਹੌਰ ਪਹੁੰਚ ਗਿਆ ਤੇ ਹੀਰਾ ਸਿੰਘ ਤੇ ਪੰਡਤ ਜਲੇ ਨੂੰ ਬਰਖਾਸਤ ਕੀਤੇ ਜਾਣ ਦੀ ਮੰਗ ਪੇਸ਼ ਕਰ ਦਿੱਤੀ। ਸੈਨਾ ਦੇ ਪੰਚਾਂ ਨੇ ਪ੍ਰਧਾਨ ਮੰਤਰੀ ਪ੍ਰਤੀ ਵਫਾਦਾਰ ਰਹਿਣ ਦਾ ਫੈਸਲਾ ਕਰ ਲਿਆ। ਸੁਚੇਤ ਸਿੰਘ ਲਾਹੌਰ ਤੋਂ ਦੌੜ ਗਿਆ। ਫੌਜ ਦਾ ਦਸਤਾ ਉਹਦੇ ਮਗਰ ਭੇਜਿਆ ਗਿਆ ਜਿਸ ਨੇ ਉਸ ਨੂੰ ਜਾ ਘੇਰਿਆ ਤੇ ਅੰਗ ਰੱਖਿਆਕਾਂ ਸਮੇਤ ਉਸ ਨੂੰ ਮਾਰ ਦਿੱਤਾ। ਹੀਰਾ ਸਿੰਘ ਡੋਗਰੇ ਦੀ ਕਿਸਮਤ ਵਿੱਚ ਸ਼ਾਂਤੀ ਨਾਲ ਰਾਜ ਕਰਨਾ ਨਹੀਂ ਲਿਖਿਆ ਸੀ। ਉਸ ਨੇ ਅਜੇ ਆਪਣੇ ਚਾਚੇ ਦੇ ਖਤਰੇ ਤੋਂ ਮਸਾਂ ਹੀ ਛੁਟਕਾਰਾ ਪਾਇਆ ਸੀ ਕਿ ਇੱਕ ਹੋਰ ਖਤਰੇ ਨੇ ਉਹਦੀ ਸਥਿਤੀ ਨੂੰ ਆਤਮਕਾਇਆ। ਅਤਰ ਸਿੰਘ ਸੰਧਾਵਾਲੀਆ ਜਿਸ ਦੀਆਂ ਬਰਤਾਨਵੀ ਹਿੰਦੁਸਤਾਨ ਵਿੱਚ ਵਿਰੋਧੀ ਕਾਰਵਾਈਆਂ ਦਰਬਾਰ ਦੇ ਵਿਰੋਧ ਦਾ ਮੁੱਖ ਵਿਸ਼ਾ ਰਹੀਆਂ ਸਨ ਸਤਲੁਜ ਪਾਰ ਕਰਕੇ ਦਰਬਾਰ ਦੇ ਇਲਾਕੇ ਵਿੱਚ ਆ ਗਿਆ ਤੇ ਭਾਈ ਵੀਰ ਸਿੰਘ ਕੋਲ ਨਰੰਗਾਬਾਦ ਪਹੁੰਚ ਗਿਆ। ਰਾਜਕੁਮਾਰ ਪਿਸ਼ੌਰਾ ਸਿੰਘ ਤੇ ਕਸ਼ਮੀਰਾ ਸਿੰਘ ਵੀ ਆਪਣੀਆਂ ਜਗੀਰਾਂ ਛੱਡ ਕੇ ਨਰੰਗਾਬਾਦ ਪਹੁੰਚ ਗਏ। ਭਾਈ ਵੀਰ ਸਿੰਘ ਦਾ ਡੇਰਾ ਪੰਜਾਬ ਉੱਪਰ ਡੋਗਰਿਆਂ ਦੇ ਅਧਿਕਾਰ ਦੇ ਵਿਰੋਧ ਵਿੱਚ ਸਿੱਖ ਵਿਦਰੋਹ ਦਾ ਗੜ ਬਣ ਗਿਆ। ਅਤਰ ਸਿੰਘ ਸ਼ਕਤੀਸ਼ਾਲੀ ਦੁਸ਼ਮਣ ਸੀ। ਉਹ ਰਣਜੀਤ ਸਿੰਘ ਦੀ ਵੰਸ਼ ਚੋਂ ਨਿਕਟ ਸੰਬੰਧੀ ਸੀ ਤੇ ਫੌਜ ਵਿੱਚ ਉਸ ਨੇ ਬੜੀ ਪ੍ਰਸਿੱਧੀ ਪ੍ਰਾਪਤ ਕਰਕੇ ਸੇਵਾ ਕੀਤੀ ਸੀ। ਉਸ ਨੂੰ ਰਣਜੀਤ ਸਿੰਘ ਦੇ ਬਹਾਦਰ ਜਰਨੈਲਾਂ ਵਿੱਚ ਗਿਣਿਆ ਜਾਂਦਾ ਸੀ ਤੇ ਰਣਜੀਤ ਸਿੰਘ ਦੇ ਜੀਵਨ ਦੇ ਆਖਰੀ ਸਾਲਾਂ ਵਿੱਚ ਉਹ ਸਭ ਸਿੱਖ ਸਰਦਾਰਾਂ ਵਿੱਚੋਂ ਸ਼ਕਤੀਸ਼ਾਲੀ ਸੀ। ਅੰਗਰੇਜ਼ ਉਸ ਦੇ ਸਮਰਥਕ ਸਨ ਤੇ ਸਵਰਗੀ ਮਹਾਰਾਜੇ ਦੇ ਪੁੱਤਰ ਵੀ ਉਸ ਦੇ ਦਾਅਵੇ ਨੂੰ ਪ੍ਰਵਾਨ ਕਰਨ ਲਈ ਤਿਆਰ ਸਨ। ਹੀਰਾ ਸਿੰਘ ਡੋਗਰੇ ਨੇ ਫੌਜੀਆਂ ਨੂੰ ਲੰਮਾ ਚੌੜਾ ਭਾਸ਼ਣ ਦਿੱਤਾ ਤੇ ਕਿਹਾ ਕਿ ਸੰਧਾਵਾਲੀਏ ਹੀ ਮਹਾਰਾਜਾ ਸ਼ੇਰ ਸਿੰਘ ਰਾਜਕੁਮਾਰ ਪ੍ਰਤਾਪ ਸਿੰਘ ਤੇ ਉਸ ਦੇ ਪਿਤਾ ਧਿਆਨ ਸਿੰਘ ਡੋਗਰਾ ਦੇ ਕਾਤਲਾਂ ਲਈ ਜ਼ਿੰਮੇਵਾਰ ਸਨ ਤੇ ਉਹ ਪਿਛਲੇ 6 ਮਹੀਨਿਆਂ ਤੋਂ ਅੰਗਰੇਜ਼ਾਂ ਕੋਲ ਰਿਹਾ ਹੈ ਤੇ ਉਸ ਨੇ ਉਹਨਾਂ ਨੂੰ ਮਾਮਲੇ ਵਿੱਚ ਸ਼ਿਆਨੀ 1 ਰੁਪਏ ਭਾਵ 16 ਆਨਿਆਂ 'ਚ 6 ਆਨੇ ਦੇਣ ਦਾ ਵਚਨ ਕੀਤਾ ਹੈ ਜੇਕਰ ਉਸ ਦਾ ਪੰਜਾਬ ਉੱਪਰ ਹਮਲਾ ਸਫਲ ਹੋ ਗਿਆ। ਉਸ ਨੇ ਇਹ ਵੀ ਕਿਹਾ ਕਿ ਸੁਚੇਤ ਸਿੰਘ ਡੋਗਰੇ ਦੀ ਵਿਧਵਾ ਨੇ ਇਸ ਵਿਦਰੋਹ ਲਈ ਧਨ ਦੀ ਸਹਾਇਤਾ ਕੀਤੀ ਹੈ ਜੋ ਉਸ ਦੇ ਪਤੀ ਨੇ ਬਰਤਾਨਵੀ ਹਿੰਦੁਸਤਾਨ ਵਿੱਚ ਲਾ ਰੱਖਿਆ ਸੀ। ਉਸ ਨੇ ਇਹ ਵੀ ਕਿਹਾ ਕਿ ਰਾਜਕੁਮਾਰ ਤੇ ਭਾਈ ਵੀਰ ਸਿੰਘ ਅਣਜਾਣੇ ਵਿੱਚ ਹੀ ਗਦਾਰਾਂ ਦਾ ਹੱਥ ਠੋਕਾ ਬਣ ਗਏ ਸਨ। ਫੌਜ ਦੇ ਪੰਚਾਂ ਨੇ ਹੀਰਾ ਸਿੰਘ ਦਾ ਸਾਥ ਦੇਣ ਦਾ ਫੈਸਲਾ ਕਰ ਲਿਆ ਤੇ ਦਰਬਾਰ ਦੀ ਫੌਜ ਨੇ ਨਰੰਗਾਬਾਦ ਤੇ ਚੜ੍ਹਾਈ ਕਰ ਦਿੱਤੀ।
ਭਾਈ ਵੀਰ ਸਿੰਘ ਨੇ ਸਮਝੌਤਾ ਕਰਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਸਮਝੌਤੇ ਦੀ ਗੱਲਬਾਤ ਚੱਲ ਰਹੀ ਸੀ ਤਾਂ ਜੋਸ਼ੀਲਾ ਸੰਧਾਵਾਲੀਆ ਬੇਕਾਬੂ ਤੇ ਬਹਿਬਲ ਹੋ ਉੱਠਿਆ ਤੇ ਉਸ ਨੇ ਦਰਬਾਰ ਦਾ ਇੱਕ ਦੂਤ ਮਾਰ ਦਿੱਤਾ। ਦਰਬਾਰ ਦੇ ਤੋਪਖਾਨੇ ਨੇ ਭਾਈ ਦੇ ਡੇਰੇ ਤੇ ਗੋਲੀਬਾਰੀ ਕਰਕੇ ਅਤਰ ਸਿੰਘ, ਰਾਜਕੁਮਾਰ ਕਸ਼ਮੀਰਾ ਸਿੰਘ ਤੇ ਭਾਈ ਵੀਰ ਸਿੰਘ ਸਮੇਤ ਕਈ 100 ਆਦਮੀ ਮਾਰ ਦਿੱਤੇ। ਫੌਜਾਂ ਜੇਤੂ ਹੋਣ ਦੇ ਬਾਵਜੂਦ ਪਿਛੇਮਾਨ ਸਨ। ਉਹਨਾਂ ਦੇ ਹੱਥ ਮਹਾਰਾਜਾ ਰਣਜੀਤ ਸਿੰਘ ਦੇ ਪਰਿਵਾਰ ਅਤੇ ਗੁਰੂ ਵਜੋਂ ਸਤਿਕਾਰੇ ਜਾਂਦੇ ਆਦਮੀ ਦੇ ਖੂਨ ਨਾਲ ਰੰਗੇ ਹੋਏ ਸਨ। ਉਹਨਾਂ ਨੇ ਆਪਣਾ ਗੁੱਸਾ ਡੋਗਰਿਆਂ ਵਿਰੁੱਧ ਕੱਢਿਆ। ਹੀਰਾ ਸਿੰਘ ਡੋਗਰੇ ਨੇ ਉਹਨਾਂ ਦੀਆਂ ਭਾਵਨਾਵਾਂ ਨੂੰ ਭਾਈ ਵੀਰ ਸਿੰਘ ਦੀ ਯਾਦ ਵਿੱਚ ਚੜਾਵਾ ਚੜਾ ਕੇ ਸ਼ਾਂਤ ਕੀਤਾ ਤੇ ਇਹ ਵੀ ਐਲਾਨ ਕੀਤਾ ਕਿ ਉਹ ਸਿੱਖ ਧਰਮ ਅਪਣਾ ਲਵੇਗਾ। ਹੀਰਾ ਸਿੰਘ ਦਾ ਬਚਾਅ ਜਿਸ ਗੱਲ ਨੇ ਕੀਤਾ ਉਹ ਪੰਜਾਬ ਉੱਪਰ ਅੰਗਰੇਜ਼ਾਂ ਵੱਲੋਂ ਤਾਜ਼ਾ ਹਮਲੇ ਦੀ ਅਫਵਾਹ ਸੀ ਤੇ ਰਾਜ ਵਿੱਚ ਇੱਕ ਛੋਟਾ ਜਿਹਾ ਵਿਦਰੋਹ ਵੀ ਸੀ। ਜੁਲਾਈ 1844 ਵਿੱਚ ਇੱਕ ਉੱਘਾ ਸੈਨਿਕ ਲਾਰਡ ਹਾਰਡਿੰਗ ਲਾਰਡ ਐਲਨਬਰੋ ਦੀ ਥਾਂ ਗਵਰਨਰ ਜਨਰਲ ਬਣਿਆ। ਇਸ ਨਿਯੁਕਤੀ ਨੇ ਦਰਬਾਰ ਵਿੱਚ ਹਲਚਲ ਪੈਦਾ ਕਰ ਦਿੱਤੀ। ਸਿੱਟੇ ਵਜੋਂ ਜਦੋਂ ਅਕਤੂਬਰ ਵਿੱਚ ਈਸਟ ਇੰਡੀਆ ਕੰਪਨੀ ਦੀਆਂ ਫੌਜਾਂ ਦਾ ਸੈਨਾਪਤੀ ਲੁਧਿਆਣਾ ਤੇ ਫਿਰੋਜ਼ਪੁਰ ਵਿੱਚ ਫੌਜਾਂ ਦਾ ਨਿਰੀਖਣ ਕਰਨ ਆਇਆ ਤਾਂ ਪੰਜਾਬੀ ਫੌਜ ਨੂੰ ਸੰਭਾਵੀ ਹਮਲੇ ਵਿਰੁੱਧ ਸੁਚੇਤ ਕਰ ਦਿੱਤਾ ਗਿਆ। ਦਰਿਆ ਉੱਪਰ ਸੀਮਾ ਚੌਂਕੀਆਂ ਦੀ ਕਿਲਾਬੰਦੀ ਕਰ ਲਈ ਗਈ ਤੇ ਪੱਤਣ ਅਤੇ ਬੇੜੀਆਂ ਦੀ 24 ਘੰਟੇ ਨਿਗਰਾਨੀ ਕੀਤੀ ਜਾਣ ਲੱਗੀ। ਇਹ ਤਣਾਅ ਤੇ ਖਿੱਚੋਤਾਣ ਕਈ ਹਫ਼ਤੇ ਰਹੀ। ਹੀਰਾ ਸਿੰਘ ਡੋਗਰੇ ਦੇ ਛੋਟੇ ਜਿਹੇ ਜੀਵਨ ਕਾਲ ਵਿੱਚ ਆਖਰੀ ਸੰਕਟ ਜੱਲੇ ਕਾਰਨ ਅਚਾਨਕ ਆਇਆ। ਬ੍ਰਾਹਮਣ ਪੁਜਾਰੀ ਆਪ ਭਾਵੇਂ ਪਾਕ ਪਵਿੱਤਰ ਨਹੀਂ ਸੀ, ਉਸ ਨੇ ਰਾਣੀ ਜਿੰਦਾਂ ਦੇ ਚਰਿੱਤਰ ਤੇ ਤੌਹਮਤ ਲਾ ਕੇ ਭੰਡੀ ਕਰਨੀ ਸ਼ੁਰੂ ਕਰ ਦਿੱਤੀ। ਰਾਣੀ ਤੇ ਉਹਦੇ ਭਰਾ ਜਵਾਹਰ ਸਿੰਘ ਨੇ ਫੌਜ ਦੇ ਪੰਚਾਂ ਕੋਲ ਬੇਨਤੀ ਕੀਤੀ, ਜਿਨ੍ਹਾਂ ਨੇ ਰਾਣੀ ਤੇ ਉਹਦੇ ਪੁੱਤਰ ਦੀ ਉਸਤਤ ਕੀਤੀ। ਹੀਰਾ ਸਿੰਘ ਡੋਗਰੇ ਤੇ ਜੱਲਾ ਨੂੰ ਪੰਜਾਬ ਚੋਂ ਕੱਢ ਦੇਣ ਦੀ ਸਹੁੰ ਚੁੱਕ ਲਈ। ਹੀਰਾ ਸਿੰਘ ਡੋਗਰੇ ਨੇ ਸਹਾਇਤਾ ਲਈ ਆਪਣੇ ਚਾਚਾ ਗੁਲਾਬ ਸਿੰਘ ਵੱਲ ਮੂੰਹ ਕੀਤਾ। ਗੁਲਾਬ ਸਿੰਘ 7000 ਸੈਨਿਕ ਲੈ ਕੇ ਕਾਲੀ ਕਾਲੀ ਜੰਮੂ ਤੋਂ ਆ ਪਹੁੰਚਿਆ। ਪਹਾੜੀਆਂ ਦੇ ਆਉਣ ਦੀ ਖਬਰ ਨੇ ਖਾਲਸਾ ਫੌਜ ਨੂੰ ਭੜਕਾ ਦਿੱਤਾ। ਉਹਨਾਂ ਨੇ ਪ੍ਰਧਾਨ ਮੰਤਰੀ ਤੇ ਉਹਦੇ ਬ੍ਰਾਹਮਣ ਪੁਜਾਰੀ ਨੂੰ ਗ੍ਰਿਫਤਾਰ ਕਰਨ ਦਾ ਮਨ ਬਣਾ ਲਿਆ। ਹੀਰਾ ਸਿੰਘ ਤੇ ਪੰਡਤ ਜੱਲਾ ਜੋਗਰਾ ਅੰਗ ਰੱਖਿਅਕਾਂ ਨੂੰ ਨਾਲ ਲੈ ਕੇ ਰਾਜਧਾਨੀ ਤੋਂ ਭੱਜ ਤੁਰੇ। ਖਾਲਸਾ ਫੌਜ ਨੇ ਭੱਜ ਰਹੇ ਡੋਗਰੇ ਤੇ ਉਹਦੇ ਸਰਪ੍ਰਸਤ ਪੰਡਤ ਨੂੰ ਪਕੜ ਲਿਆ। ਭੱਜੇ ਜਾਂਦੇ ਲੜਾਈ ਹੋਈ, ਜਿਸ ਵਿੱਚ 1000 ਡੋਗਰੇ ਮਾਰੇ ਗਏ। ਹੀਰਾ ਸਿੰਘ ਤੇ ਜੱਲਾ ਮਾਰੇ ਗਏ ਤੇ ਉਹਨਾਂ ਦੇ ਸਿਰ ਨੇਜਿਆਂ ਤੇ ਟੰਗ ਕੇ ਲਾਹੌਰ ਦੇ ਬਾਜ਼ਾਰਾਂ ਵਿੱਚ ਘੁਮਾਏ ਗਏ। ਹੀਰਾ ਸਿੰਘ ਡੋਗਰਾ ਅਸਧਾਰਨ ਯੋਗਤਾ, ਬੁੱਧੀ ਤੇ ਹੌਸਲੇ ਦਾ ਮਾਲਕ ਸੀ। ਜੇ ਹਾਲਾਤ ਕੁਝ ਵੱਖਰੇ ਹੁੰਦੇ ਤਾਂ ਸ਼ਾਇਦ ਉਹ ਪੰਜਾਬ ਦਾ ਪਹਿਲਾ ਡੋਗਰਾ ਸਿੱਖ ਮਹਾਰਾਜਾ ਹੁੰਦਾ, ਪਰੰਤੂ ਅਭਿਮਾਨੀ ਤੇ ਨਵਾਂ ਬਣਿਆ ਅਮੀਰ ਜੱਲਾ ਉਹਦੇ ਪਤਨ ਦਾ ਕਾਰਨ ਬਣਿਆ। ਜੱਲੇ ਨੂੰ ਇਸ ਦੋਹੇ ਰਾਹੀਂ ਯਾਦ ਕੀਤਾ ਜਾਂਦਾ ਹੈ, ਉੱਪਰ ਅੱਲਾ ਥੱਲੇ ਜੱਲਾ, ਜੱਲੇ ਦੇ ਸਿਰ ਤੇ ਖੱਲਾ। ਮਹਾਰਾਣੀ ਜਿੰਦਾਂ ਤੇ ਦਲੀਪ ਸਿੰਘ। ਹੀਰਾ ਸਿੰਘ ਤੇ ਜੱਲੇ ਦੀ ਮੌਤ ਤੋਂ ਕੁਝ ਸਮਾਂ ਮਗਰੋਂ ਤੱਕ ਦਰਬਾਰ ਦਾ ਕੰਮਕਾਜ ਸੰਭਾਲਣ ਵਾਲਾ ਕੋਈ ਨਹੀਂ ਸੀ। ਰਾਣੀ ਤੇ ਉਹਦਾ ਭਰਾ, ਉਹਨਾਂ ਦਾ ਲੜਕਾ ਕਿਲੇ ਵਿੱਚ ਇਕੱਲੇ ਸਨ। ਰਾਣੀ ਨੇ ਭਾਈ ਰਾਮ ਸਿੰਘ ਨੂੰ ਬੁਲਾਵਾ ਭੇਜਿਆ ਪਰ ਉਹ ਨਾ ਆਇਆ। ਫਿਰ ਉਸ ਨੇ ਕੌਂਸਲ ਦੇ ਸਰਦਾਰਾਂ ਨੂੰ ਬੁਲਾਇਆ ਜੋ ਹੁਣੇ ਦਰਬਾਰ 'ਚੋਂ ਗਏ ਸਨ, ਪਰ ਉਹ ਵੀ ਉਹਦੇ ਕੋਲ ਆਉਣ ਨੂੰ ਤਿਆਰ ਨਹੀਂ ਸਨ। ਉਹਨਾਂ ਨੇ ਐਲਾਨ ਕਰ ਦਿੱਤਾ ਕਿ ਰਾਜ ਸੈਨਾ ਦੇ ਹੱਥਾਂ ਵਿੱਚ ਹੈ ਤੇ ਫੌਜ ਉਹਨਾਂ ਦੇ ਹੁਕਮ ਦੀ ਉਡੀਕ ਕਰੇ। ਹੌਲੀ ਮਹਾਰਾਣੀ ਜਿੰਦਾਂ ਨੇ ਰਾਜ ਕਾਜ ਦਾ ਕੰਮ ਆਪਣੇ ਹੱਥਾਂ ਵਿੱਚ ਲੈ ਲਿਆ। ਉਸ ਦੀ ਸਹਾਇਤਾ ਉਸਦੇ ਭਰਾ ਜਵਾਹਰ ਸਿੰਘ, ਜਿਸ ਨੇ ਵਜ਼ੀਰ ਦੀ ਪਦਵੀ ਧਾਰਨ ਕਰ ਲਈ ਸੀ, ਤੇ ਲਾਲ ਸਿੰਘ ਨੇ ਕੀਤੀ। ਉਹਦੀ ਨੌਕਰਾਣੀ ਮੰਗਲਾ ਆਪਣੀ ਮਾਲਕਣ ਦੀ ਵਿਚੋਲਗੀ ਕਰਦੀ ਸੀ, ਕਿਉਂਕਿ ਮਹਾਰਾਣੀ ਪਰਦਾ ਨਸ਼ੀਨ ਸੀ। ਜਿੰਦਾਂ ਦਾ ਪਹਿਲਾ ਕੰਮ ਫੌਜ ਨੂੰ ਆਪਣੇ ਵੱਸ ਵਿੱਚ ਕਰਨਾ ਸੀ। ਇੰਜ ਕਰਨ ਲਈ ਪਹਿਲਾਂ ਉਸ ਨੂੰ ਰਾਜਕੁਮਾਰ ਪਿਸ਼ੌਰਾ ਸਿੰਘ ਨਾਲ ਟੱਕਰ ਲੈਣੀ ਪਈ। ਬਰੌਡਫੁੱਟ ਨੇ 5 ਜਨਵਰੀ 1845 ਨੂੰ ਕਰੀ ਨੂੰ ਇੱਕ ਪੱਤਰ ਵਿੱਚ ਲਿਖਿਆ ਕਿ
फौज दे डेरे विच बड़ी खलबली मची। जवान कह रहे सन कि वो पिशौरा सिंह तो बिना किसी नूं अपना राजा नहीं मन्नणगे। ਉਹ ਉਹਨਾਂ ਦੀ ਤਨਖਾਹ ਵੀ ਵਧਾਏਗਾ ਤੇ ਉਹਦੀ ਅਗਵਾਈ ਵਿੱਚ ਉਹ ਜਸਰੋਟਾ ਤੇ ਜੰਮੂ ਉੱਪਰ ਜਿੱਤ ਪ੍ਰਾਪਤ ਕਰਨਗੇ। ਉਹਨਾਂ ਨੇ ਇਹ ਐਲਾਨ ਵੀ ਕਰ ਦਿੱਤਾ ਕਿ ਰਾਣੀ ਤੇ ਉਹਦਾ ਭਰਾ ਰਾਜ ਕਰਨ ਦੇ ਯੋਗ ਨਹੀਂ ਹਨ ਤੇ ਕੌਂਸਲ ਦੇ ਸਰਦਾਰ ਤੇ ਉਹਨਾਂ ਦੇ ਅਫਸਰ ਜਗੀਰਾਂ ਲੈਣ ਤੋਂ ਬਿਨਾਂ ਹੋਰ ਕੁਝ ਨਹੀਂ ਕਰਦੇ ਤੇ ਉਹ ਕਿਸੇ ਨੂੰ ਅਜਿਹਾ ਹਾਕਮ ਨਹੀਂ ਮੰਨਣਗੇ ਜੋ ਉਹਨਾਂ ਦੀ ਤਨਖਾਹ ਨਹੀਂ ਵਧਾਏਗਾ। ਜਿੰਦਾ ਪਿਸ਼ੌਰਾ ਸਿੰਘ ਦੇ ਕੰਨ ਕੁਤਰਨ ਤੇ ਬੁੱਧੂ ਬਣਾਉਣ ਵਿੱਚ ਪੂਰੀ ਤਰ੍ਹਾਂ ਸਫਲ ਹੋਈ ਤੇ ਉਸ ਨੂੰ ਆਪਣੇ ਪੁੱਤਰ ਮਹਾਰਾਜਾ ਦਲੀਪ ਸਿੰਘ ਲਈ ਫੌਜੀ ਸਮਰਥਨ ਦਾ ਭਰੋਸਾ ਵੀ ਪ੍ਰਾਪਤ ਹੋ ਗਿਆ। ਗੁਲਾਬ ਸਿੰਘ ਨੇ ਲਾਹੌਰ ਦੇ ਝਗੜਿਆਂ ਕਾਰਨ ਜੰਮੂ ਵਿੱਚ ਇੱਕ ਸੁਤੰਤਰ ਹਾਕਮ ਵਜੋਂ ਸਥਾਪਿਤ ਹੋਣ ਦਾ ਮੌਕਾ ਮਿਲ ਗਿਆ ਤੇ ਉਸ ਨੇ ਇਸ ਦਾ ਪੂਰਾ ਫਾਇਦਾ ਉਠਾਇਆ। ਉਸ ਨੇ ਬਾਰਕਜ਼ੀ, ਅਫਗਾਨਾਂ ਤੇ ਅੰਗਰੇਜ਼ਾਂ ਨਾਲ ਗੱਲਬਾਤ ਸ਼ੁਰੂ ਕੀਤੀ, ਆਪਣੇ ਕਿਲਿਆਂ ਨੂੰ ਹੋਰ ਸ਼ਕਤੀਸ਼ਾਲੀ ਬਣਾਉਣਾ ਸ਼ੁਰੂ ਕੀਤਾ ਤੇ ਪਹਾੜੀ ਲੋਕਾਂ ਨੂੰ ਸਿੱਖਾਂ ਵਿਰੁੱਧ ਭੜਕਾਉਣਾ ਸ਼ੁਰੂ ਕਰ ਦਿੱਤਾ। ਕਿਹਾ ਜਾਂਦਾ ਹੈ ਕਿ ਉਸ ਨੇ ਇਹ ਇਤਲਾਹ ਭੇਜੀ, ਪਹਾੜੀ ਲੋਕ ਸਿੱਖਾਂ ਵਿਰੁੱਧ ਇਕਮੁੱਠ ਹਨ ਤੇ ਉਹ ਉਹਨਾਂ ਵਿਰੁੱਧ ਲੜਨਾ ਧਰਮ ਯੁੱਧ ਸਮਝਦੇ ਹਨ। ਫਰਵਰੀ 1845 ਵਿੱਚ ਦਰਬਾਰ ਦੀਆਂ ਫੌਜਾਂ ਨੂੰ, ਜਿਨ੍ਹਾਂ ਨੂੰ ਸੰਭਾਵੀ ਅੰਗਰੇਜ਼ਾਂ ਹਮਲੇ ਵਿਰੁੱਧ ਸਤਲੁਜ ਦੇ ਨਾਲ ਨਿਯੁਕਤ ਕੀਤਾ ਗਿਆ ਸੀ, ਜੰਮੂ ਵੱਲ ਜਾਣ ਦਾ ਹੁਕਮ ਦਿੱਤਾ ਗਿਆ। ਗੁਲਾਬ ਸਿੰਘ ਨੇ ਅਧੀਨਗੀ ਪ੍ਰਵਾਨ ਕਰ ਲਈ। ਉਸ ਨੇ 4 ਲੱਖ ਰੁਪਏ ਖਿਰਾਜ ਅਦਾ ਕੀਤਾ, ਖਾਲਸਾ ਫੌਜ ਲਈ ਉਤਸਵ ਵਰਗਾ ਮਾਹੌਲ ਪੈਦਾ ਕਰ ਦਿੱਤਾ ਤੇ ਤੋਹਫਿਆਂ ਨਾਲ ਲੱਦ ਕੇ ਲਾਹੌਰ ਦੇ ਰਸਤੇ ਤੋਰ ਦਿੱਤਾ। ਖਾਲਸਾ ਫੌਜ ਅਜੇ ਬਹੁਤੀ ਦੂਰ ਨਹੀਂ ਸੀ ਜਦੋਂ ਡੋਗਰਿਆਂ ਨੇ ਘਾਤ ਲਾ ਕੇ ਹਮਲਾ ਕਰ ਦਿੱਤਾ ਤੇ ਸਾਰਾ ਦਿੱਤਾ ਹੋਇਆ ਖਿਰਾਜ ਲੁੱਟ ਲਿਆ। ਉਹ ਫਿਰ ਜੰਮੂ ਮੁੜੇ ਤੇ ਵਾਰ-ਵਾਰ ਹਮਲਾ ਕਰਕੇ ਹਾਰ ਦਿੱਤੀ। ਗੁਲਾਬ ਸਿੰਘ ਨੇ ਫਿਰ ਅਧੀਨਗੀ ਪ੍ਰਵਾਨ ਕਰ ਲਈ। ਉਹ ਸਿੱਖ ਡੇਰੇ ਵਿੱਚ ਆਇਆ, ਢਾਲ ਤਲਵਾਰ ਭੁੰਜੇ ਰੱਖੀ ਤੇ ਦੋਵੇਂ ਹੱਥ ਜੋੜ ਕੇ ਪ੍ਰਾਰਥਕ ਬਣ ਕੇ ਖੜਾ ਹੋ ਗਿਆ। ਉਸ ਨੇ ਵਫਾਦਾਰ ਰਹਿਣ ਦਾ ਭਰੋਸਾ ਦਿੱਤਾ। ਲਾਈਲੱਗ ਪੰਚ ਇੱਕ ਵਾਰ ਫਿਰ ਸੋਨੇ ਤੇ ਖੁਸ਼ਾਮਦ ਕਾਰਨ ਉਹਦੇ ਕਪਟ ਵਿੱਚ ਆ ਗਏ। ਇੱਕ ਸ਼ਾਂਤੀ ਸਮਝੌਤਾ ਕੀਤਾ ਗਿਆ ਜਿਸ ਅਨੁਸਾਰ ਗੁਲਾਬ ਸਿੰਘ ਨੇ 35 ਲੱਖ ਰੁਪਇਆ ਖਿਰਾਜ ਦੇਣ ਦਾ ਵਚਨ ਕੀਤਾ ਸੀ, ਜਿਸ ਵਿੱਚ 5 ਲੱਖ ਤੁਰੰਤ ਅਦਾ ਕਰ ਦਿੱਤਾ ਗਿਆ ਤੇ ਆਪ ਫੌਜ ਨਾਲ ਲਾਹੌਰ ਚਲਾ ਗਿਆ। ਡੋਗਰੇ ਨੇ ਕਮਾਲ ਦੀ ਹੁਸ਼ਿਆਰੀ ਤੇ ਮੈਕਿਆਵਲੀ ਵਰਗੀ ਚਲਾਕੀ ਨਾਲ ਆਪਣੇ ਆਪ ਨੂੰ ਭੈੜੀ ਸਥਿਤੀ ਵਿੱਚੋਂ ਮੁਕਤ ਕਰਵਾਇਆ। ਉਸ ਨੇ ਜਾਣਬੁੱਝ ਕੇ ਦਰਬਾਰ ਦੇ ਸਾਹਮਣੇ ਹੋਣ ਤੋਂ ਲਾਪਰਵਾਹੀ ਵਰਤੀ ਤੇ ਕਿਹਾ, ਉਹ ਖਾਲਸਾ ਫੌਜ ਦਾ ਸੇਵਕ ਹੈ ਤੇ ਦਰਬਾਰ ਦਾ ਨਹੀਂ, ਕੇਵਲ ਪੰਚਾਂ ਪ੍ਰਤੀ ਹੀ ਜਵਾਬਦੇਹ ਸੀ। ਉਹ ਲਾਲ ਸਿੰਘ ਦੇ ਧੜੇ ਵਿੱਚ ਰਲ ਗਿਆ ਤੇ ਉਸ ਨੂੰ ਤਲਵਾਰ ਦਾ ਵਟਾਂਦਰਾ ਕਰਕੇ ਸੈਨਿਕ ਭਾਈਬੰਦੀ ਕਰ ਲਈ। ਕੁਝ ਹਫ਼ਤਿਆਂ ਮਗਰੋਂ ਉਸ ਨੇ ਲਾਲ ਸਿੰਘ ਉੱਪਰ ਉਸ ਨੂੰ ਕਤਲ ਕਰਨ ਦਾ ਦੋਸ਼ ਲਾਇਆ। ਉਸ ਨੂੰ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ, ਪਰ ਉਸ ਨੇ ਕੁਝ ਦਿਨਾਂ ਮਗਰੋਂ ਹੀ ਰਿਹਾਈ ਪ੍ਰਾਪਤ ਕਰ ਲਈ। ਉਸ ਨੂੰ 68 ਲੱਖ ਜੁਰਮਾਨਾ ਕੀਤਾ ਗਿਆ, ਪਰ ਉਹ 27 ਲੱਖ ਅਦਾ ਕਰਕੇ ਛੁਟਕਾਰਾ ਪਾ ਗਿਆ। ਉਸ ਨੇ ਇਹ ਮਸ਼ਹੂਰ ਕਰ ਦਿੱਤਾ ਕਿ ਚੀਨੀਆਂ ਨੇ ਉਹਦੇ ਉੱਤਰੀ ਪ੍ਰਾਂਤਾਂ ਤੇ ਹਮਲਾ ਕਰ ਦਿੱਤਾ ਸੀ ਤੇ ਫਿਰ ਉਸ ਨੂੰ ਜੰਮੂ ਜਾਣ ਦੀ ਆਗਿਆ ਪ੍ਰਾਪਤ ਹੋ ਗਈ ਤੇ ਜਿਉਂ ਹੀ ਉਹ ਆਪਣੇ ਪਹਾੜੀ ਕਿਲਿਆਂ ਵਿੱਚ ਪਹੁੰਚਿਆ, ਉਸ ਨੇ ਅੰਗਰੇਜ਼ਾਂ ਨਾਲ ਗੱਲਬਾਤ ਸ਼ੁਰੂ ਕਰ ਦਿੱਤੀ ਤੇ ਸਿੱਖਾਂ ਨਾਲ ਲੜਾਈ ਹੋਣ ਦੀ ਸੂਰਤ ਵਿੱਚ ਆਪਣੀਆਂ ਸੇਵਾਵਾਂ ਦੇਣ ਦੀ ਪੇਸ਼ਕਸ਼ ਕੀਤੀ। ਜਦੋਂ ਦਰਬਾਰ ਦੀ ਸੈਨਾ ਜੰਮੂ ਵਿੱਚ ਰੁੱਝੀ ਹੋਈ ਸੀ, ਉਸ ਸਮੇਂ ਰਾਜਕੁਮਾਰ ਪਿਸ਼ੌਰਾ ਸਿੰਘ ਪੰਜਾਬ ਵਾਪਸ ਆ ਗਿਆ ਤੇ ਸਿਆਲਕੋਟ ਵਿੱਚ ਆ ਕੇ ਮੁਕਾਬਲੇ ਤੇ ਦਰਬਾਰ ਕਾਇਮ ਕਰ ਲਿਆ। ਇਹ ਗੈਰ ਕਾਨੂੰਨੀ ਤੱਤਾਂ ਲਈ ਬਗਾਵਤ ਦਾ ਸੰਕੇਤ ਸੀ। ਮਾਝੇ ਵਿੱਚ ਨਿਹੰਗਾਂ ਦੇ ਦਲ ਘੁੰਮਣ ਲੱਗੇ ਤੇ ਅੰਮ੍ਰਿਤਸਰ ਅਤੇ ਲਾਹੌਰ ਨੂੰ ਲੁੱਟਣ ਦੀਆਂ ਧਮਕੀਆਂ ਦੇਣ ਲੱਗੇ। ਰਾਣੀ ਜਿੰਦਾਂ ਸ਼ਕਤੀਸ਼ਾਲੀ ਸਰਦਾਰਾਂ ਦੀ ਆਪਣੇ ਪੁੱਤਰ ਦੇ ਪੱਖ ਵਿੱਚ ਪਿਸ਼ੌਰਾ ਸਿੰਘ ਦੇ ਦਾਅਵੇ ਵਿਰੁੱਧ ਹਿਮਾਇਤ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਨ ਲੱਗੀ ਤੇ ਉਹਨਾਂ ਨੂੰ ਕਾਨੂੰਨ ਅਤੇ ਅਮਨ ਦੀ ਸਥਿਤੀ ਕਾਇਮ ਕਰਨ ਵਿੱਚ ਸਹਾਇਤਾ ਕਰਨ ਲਈ ਕਿਹਾ। ਉਸ ਨੇ ਮੁਕਾਬਲਤਨ ਗਰੀਬੀ ਨਕਈਆਂ ਨਾਲੋਂ ਦਲੀਪ ਸਿੰਘ ਦੀ ਮੰਗਣੀ ਤੋੜ ਕੇ ਚਤਰ ਸਿੰਘ ਅਟਾਰੀ ਵਾਲੇ ਦੀ ਲੜਕੀ ਨਾਲ ਰਿਸ਼ਤਾ ਤੈਅ ਕਰ ਦਿੱਤਾ। ਇਸ ਨਾਲ ਵੀ ਪਿਸ਼ੌਰਾ ਸਿੰਘ ਬਾਜ ਨਾ ਆਇਆ।
ਉਸਨੇ ਅਟਕ ਦੇ ਕਿਲੇ ਤੇ ਅਧਿਕਾਰ ਕਰ ਲਿਆ ਤੇ ਆਪਣੇ ਮਹਾਰਾਜਾ ਹੋਣ ਦਾ ਐਲਾਨ ਕਰ ਦਿੱਤਾ। ਉਸਨੇ ਅਫਗਾਨਾਂ ਤੋਂ ਸਹਾਇਤਾ ਮੰਗੀ। ਚਤਰ ਸਿੰਘ ਅਟਾਰੀ ਵਾਲਾ ਅਟਕ ਵਿਰੁੱਧ ਕਾਰਵਾਈ ਕਰਨ ਚਲਾ ਗਿਆ। ਪਿਸ਼ੌਰਾ ਸਿੰਘ ਅਫਗਾਨਾਂ ਤੋਂ ਸਹਾਇਤਾ ਲੈਣ ਤੇ ਜਨਤਾ ਵਿੱਚ ਬਗਾਵਤ ਭੜਕਾਉਣ ਵਿੱਚ ਅਸਫਲ ਰਿਹਾ। ਉਸਨੇ ਚਤਰ ਸਿੰਘ ਅਟਾਰੀ ਵਾਲੇ ਤੋਂ ਨਿੱਜੀ ਸੁਰੱਖਿਆ ਦਾ ਭਰੋਸਾ ਲੈ ਕੇ ਉਸ ਨਾਲ ਰਾਜਧਾਨੀ ਨੂੰ ਜਾਣ ਲਈ ਸਹਿਮਤ ਹੋ ਗਿਆ। ਅਟਕ ਤੋਂ 20 ਮੀਲ ਦੂਰ ਜਾ ਕੇ ਰਾਜਕੁਮਾਰ ਨੂੰ ਗ੍ਰਿਫਤਾਰ ਕਰਕੇ ਕਤਲ ਕਰ ਦਿੱਤਾ ਗਿਆ। ਪੰਚਾਂ ਨੂੰ ਪਤਾ ਲੱਗ ਗਿਆ ਕਿ ਦਰਬਾਰ ਦੇ ਇੱਕ ਧੜੇ ਨੇ ਉਸ ਦੀ ਫਿਰ ਇੱਕ ਵਾਰ ਦੂਸਰੇ ਧੜੇ ਵਿਰੁੱਧ ਵਰਤੋਂ ਕੀਤੀ ਹੈ। ਉਹਨਾਂ ਨੇ ਮਹਿਸੂਸ ਕੀਤਾ ਕਿ ਪਿਸ਼ੌਰਾ ਸਿੰਘ ਦਾ ਕਤਲ ਰਾਣੀ ਜਿੰਦਾਂ ਦੇ ਭਰਾ ਜਵਾਹਰ ਸਿੰਘ ਦੀ ਸਾਜ਼ਿਸ਼ ਸੀ ਤੇ ਉਸ ਨੂੰ ਫੌਜੀ ਪੰਚਾਇਤ ਸਾਹਮਣੇ ਪੇਸ਼ ਹੋਣ ਦਾ ਹੁਕਮ ਦਿੱਤਾ ਗਿਆ। 21 ਸਤੰਬਰ 1845 ਨੂੰ ਭੈਭੀਤ ਜਵਾਹਰ ਸਿੰਘ ਬਾਲਕ ਦਲੀਪ ਸਿੰਘ ਨੂੰ ਆਪਣੀ ਛਾਤੀ ਨਾਲ ਲਗਾ ਕੇ ਹਾਥੀ ਤੇ ਚੜ੍ਹ ਕੇ ਪੰਚਾਇਤ ਦੇ ਹੁਕਮਾਂ ਦੀ ਪਾਲਣਾ ਕਰਨ ਲਈ ਗਿਆ। ਰਾਣੀ ਜਿੰਦਾਂ ਤੇ ਉਹਦੀ ਨੌਕਰਾਣੀ ਮੰਗਲਾ ਆਪਣੇ ਅੰਗ ਰੱਖਿਅਕਾਂ ਸਮੇਤ ਉਹਦੇ ਮਗਰ ਗਈਆਂ। ਛਾਉਣੀ ਵਿੱਚ ਪਹੁੰਚ ਕੇ ਜਵਾਹਰ ਸਿੰਘ ਨੇ ਹਾਥੀ ਤੋਂ ਉਤਰਨ ਤੋਂ ਇਨਕਾਰ ਕਰ ਦਿੱਤਾ। ਸੰਤਰੀਆਂ ਨੇ ਮਹਾਰਾਜੇ ਨੂੰ ਉਹਦੀ ਗੋਦੀ ਚੋਂ ਝਪਟਾ ਮਾਰ ਕੇ ਖੋਹ ਲਿਆ ਤੇ ਜਵਾਹਰ ਸਿੰਘ ਦੇ ਹੌਂਦੇ ਵਿੱਚ ਬੈਠੇ ਹੀ ਨੇਜਾ ਮਾਰ ਦਿੱਤਾ। ਅਗਲੀ ਸਵੇਰ ਵਜ਼ੀਰ ਦੀ ਲਾਸ਼ ਦਾ ਸੰਸਕਾਰ ਕਰ ਦਿੱਤਾ ਗਿਆ। ਉਸ ਦੀਆਂ 4 ਰਾਣੀਆਂ ਵੀ ਸਤੀ ਹੋ ਕੇ ਮਰ ਗਈਆਂ ਤੇ ਖਾਲਸੇ ਨੂੰ ਬਦਦੁਆ ਦੇ ਗਈਆਂ ਕਿ ਉਹ ਭਵਿੱਖ ਵਾਕ ਰਹਿ ਗਈਆਂ ਕਿ ਸੈਨਿਕਾਂ ਦੀਆਂ ਪਤਨੀਆਂ ਵੀ ਛੇਤੀ ਹੀ ਰੰਡੀਆਂ ਹੋਣ ਜਾਣਗੀਆਂ ਤੇ ਪੰਜਾਬ ਤਬਾਹ ਹੋ ਜਾਵੇਗਾ। ਜਿੰਦਾਂ ਫੌਜ ਤੋਂ ਬਦਲੇ ਦੀ ਭਾਵਨਾ ਨਾਲ ਭਰੀ ਕੂਕਾਂ ਚੀਕਾਂ ਮਾਰਦੀ ਮਹਿਲ ਵਿੱਚ ਆ ਗਈ ਤੇ ਇਹ ਧਮਕੀ ਵੀ ਦੇਣ ਲੱਗੀ ਕਿ ਉਹ ਵੀ ਆਪਣੇ ਪੁੱਤਰ ਨਾਲ ਅਗਨ ਭੇਟ ਹੋ ਜਾਵੇਗੀ। ਫੌਜੀ ਪੰਚਾਇਤ ਨੇ ਰਾਜ ਭਾਗ ਆਪਣੇ ਹੱਥਾਂ ਵਿੱਚ ਲੈ ਲਿਆ ਤੇ ਪੰਜਾਬ ਦੀ ਪ੍ਰਭੂਤਾ ਦੀ ਸੁਆਮੀ ਬਣ ਗਈ। ਉਸ ਨੇ ਦੀਵਾਨ ਦੀਨਾਨਾਥ ਨੂੰ ਆਪਣਾ ਪ੍ਰਮੁੱਖ ਵਕਤਾ ਨਿਯੁਕਤ ਕਰ ਦਿੱਤਾ ਤੇ ਹਦਾਇਤ ਜਾਰੀ ਕਰ ਦਿੱਤੀ ਕਿ ਅੰਗਰੇਜ਼ਾਂ ਨੂੰ ਉਸ ਸਮੇਂ ਤੱਕ ਕੋਈ ਖਤ ਨਾ ਭੇਜਿਆ ਜਾਵੇ ਜਿਸ ਦੇ ਵਿਸ਼ੇ ਵਸਤੂ ਤੇ ਪੰਚਾਂ ਨੇ ਪਹਿਲਾਂ ਵਿਚਾਰ ਨਾ ਕੀਤੀ ਹੋਵੇ। ਪੰਚਾਇਤ ਖਾਲਸੇ ਦੇ ਨਾਮ ਤੇ ਵਿਹਾਰ ਕਰਨ ਲੱਗੀ ਤੇ ਇਹਦੇ ਹੁਕਮ ਅਕਾਲ ਸਹਾਏ ਦੀ ਮੋਹਰ ਹੇਠ ਜਾਰੀ ਹੋਣ ਲੱਗੇ। ਅੱਜ ਅਸੀਂ ਇਸ ਕਿਤਾਬ ਦੇ 49 ਪੰਨੇ ਪੜ੍ਹ ਚੁੱਕੇ ਹਾਂ। ਬਾਕੀ ਦੀ ਕਿਤਾਬ ਅਸੀਂ ਅਗਲੇ ਭਾਗ ਵਿੱਚ ਪੜ੍ਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।